खबरां दे इस बुलेटिन दे विच तुहाडा स्वागत है। मैं हां राजपिंदर कौर। बुलेटिन दा आगाज़ करदे हां खास खबरां दे नाल। ਸਿੰਘੂ ਬਾਰਡਰ ਤੇ ਬੇਅਦਬੀ ਕਰਨ ਵਾਲੇ ਨੌਜਵਾਨ ਦਾ ਕਤਲ, ਹੱਥ ਲੱਤ ਵੱਢ ਕੇ ਲਾਸ਼ ਬੈਰੀਕੇਡ ਨਾਲ ਟੰਗੀ। ਦੇਸ਼ ਭਰ ਵਿੱਚ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ। ਸ਼੍ਰੀ ਮੁਕਤਸਰ ਸਾਹਿਬ ਵਿਖੇ ਵਾਲਮੀਕੀ ਭਾਈਚਾਰੇ ਵੱਲੋਂ ਦੁਸਹਿਰੇ ਨੂੰ ਬਲੀਦਾਨ ਦਿਵਸ ਵਜੋਂ ਮਨਾਇਆ ਗਿਆ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਪਟਿਆਲਾ ਦੇ ਪੀਆਰਟੀਸੀ ਡਿਪੂ ਦਾ ਦੌਰਾ ਕੀਤਾ ਤੇ ਡਰਾਈਵਰਾਂ ਤੇ ਕੰਡਕਟਰਾਂ ਨਾਲ ਕੀਤੇ ਵਿਚਾਰ ਸਾਂਝੇ। ਦੁਸਹਿਰੇ ਦੇ ਤਿਉਹਾਰ ਮੌਕੇ ਪਟਿਆਲਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਪੀਯੂ ਦੇ 2 ਨੌਜਵਾਨਾਂ ਸਣੇ 5 ਦੀ ਮੌਤ। ਤੇ ਪਟਿਆਲਾ ਵਿਖੇ ਲਾਈਨਮੈਨ ਵਰਕਰਾਂ ਨੇ ਥਾਲੀਆਂ ਖੜਕਾ ਕੇ ਸਰਕਾਰ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇੱਕ ਤੋਂ ਬਾਅਦ ਇੱਕ ਬੇਅਦਬੀ ਦੀ ਘਟਨਾ ਹੁੰਦੀ ਹੈ ਤੇ ਅੱਜ ਫਿਰ ਸਿੰਘੂ ਬਾਰਡਰ ਤੇ ਸਰਬਲੋਕ ਗ੍ਰੰਥ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਇੱਕ ਨੌਜਵਾਨ ਦੇ ਦੁਆਰਾ ਕੀਤੀ ਜਾਂਦੀ ਹੈ। ਮੌਕੇ ਤੇ ਮੌਜੂਦ ਨਿਹੰਗ ਸਿੰਘਾਂ ਦੁਆਰਾ ਉਸ ਨੌਜਵਾਨ ਨੂੰ ਫੜ ਕੇ ਉਸ ਦਾ ਬੁਰੀ ਤਰੀਕੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਇਸ ਪੂਰੇ ਕਤਲ ਦੀ ਜ਼ਿੰਮੇਵਾਰੀ ਲਈ ਹੈ, ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਮਾਫ ਨਹੀਂ ਕਰਨਗੇ। ਇਸ ਪੂਰੇ ਮਾਮਲੇ ਤੇ ਉੱਥੇ ਮੌਜੂਦ ਨਿਹੰਗ ਸਿੰਘ ਦੇ ਨਾਲ ਅਸੀਂ ਗੱਲਬਾਤ ਵੀ ਕੀਤੀ। ਕੀ ਕਹਿਣਾ ਉਹਨਾਂ ਦਾ, ਆਓ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਹਾਂਜੀ ਬਾਬਾ ਜੀ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਇਹ ਘਟਨਾ ਦਾ ਕਾਰਨ ਕੀ ਬਣਿਆ। ਦਰਅਸਲ ਇਹ ਘਟਨਾ ਸੀ ਕੀ ਪੂਰੀ? ਦੇਖੋ, ਇੱਕ ਦੁਸ਼ਮਣ ਬੰਦਾ 2 ਦਿਨਾਂ ਤੋਂ ਸਾਡੇ ਨਿਹੰਗ ਸਿੰਘਾਂ ਦੇ ਭੇਸ ਦੇ ਵਿੱਚ ਇੱਥੇ ਬਾਰਡਰ ਤੇ ਹੀ ਰਹਿ ਰਿਹਾ ਸੀਗਾ ਜੀ। ਅੱਜ ਉਹਨੂੰ ਗੁਰੂ ਸਾਹਿਬ ਦੀ ਬੇਅਦਬੀ ਕਰਨ ਦਾ ਮੌਕਾ ਸਵੇਰੇ ਮਿਲਿਆ ਜੀ। ਉਹ ਗੁਰੂ ਗ੍ਰੰਥ ਸਾਹਿਬ ਸਰਬਲੋਕ ਗ੍ਰੰਥ ਤੇ ਹੋਰ ਗ੍ਰੰਥ ਚੱਕ ਕੇ ਪਾਲਕੀ ਸਾਹਿਬ ਦੇ ਵਿੱਚੋਂ ਉਡਣਾ ਦਲ ਮੋਇਆ ਦੀ ਮੰਡੀ ਬਾਬਾ ਬਲਵਿੰਦਰ ਸਿੰਘ ਦਾ ਬੜਾ ਲੱਗਿਆ ਹੋਇਆ ਜੀ। ਉਹ ਪਾਲਕੀ ਸਾਹਿਬ ਉੱਥੇ ਉਹਨਾਂ ਦੇ ਉੱਥੇ ਰਿਹਾ 2 ਦਿਨ ਕਕਸ਼ ਚ। ਉੱਥੋਂ ਚੱਕ ਕੇ ਜੋ ਟਾਈਮ ਲੱਗਿਆ ਉਹਨੂੰ ਸਵੇਰੇ ਉਹ ਭੱਜ ਲਿਆ। ਹਾਂਜੀ, ਗੁਰੂ ਸਾਹਿਬ ਦੀ ਬੇਅਦਬੀ ਜਾਂ ਕੁਛ ਲੈ ਜਾ ਕਰਨ ਤੇ ਕੁਛ ਉੱਥੇ ਇਧਰ ਪਾਲਕੀ ਸਾਹਿਬ ਤੋਂ ਖੰਡਿਆ ਤੇ ਜਦੋਂ ਸਿੰਘਾਂ ਨੂੰ ਪਤਾ ਲੱਗਿਆ ਰੌਲਾ ਪੈ ਗਿਆ। ਉਹ ਗਾਹਾਂ ਫਿਰ ਉਹ ਇੱਧਰ ਦੂਜੇ ਪਾਸੇ ਸਿੱਧੋ ਭੱਜਿਆ ਗਾਹਾਂ। ਉਹ ਨਿਹੰਗ ਸਿੰਘ ਇੱਥੇ ਪਹੁੰਚਿਆ ਹੈਗੀਆਂ ਤਿਆਰ ਬਤਿਆਰ ਰੌਲਾ ਪੈ ਗਾਹਾਂ ਆ ਕੇ ਉਹ ਬੰਦੇ ਫੜਿਆ ਗਿਆ ਜੀ। ਉਹਦੇ ਹੱਥ ਦੇ ਵਿੱਚ ਗੁਰੂ ਸਾਹਿਬ ਦੇ ਜਿਹੜੀ ਪੋਥੀਆਂ ਉਹ ਮਿਲੀਆਂ ਨੇ, ਗ੍ਰੰਥ ਸਰਬਲੋਕ ਗ੍ਰੰਥ ਮਿਲਿਆ ਤੇ ਫਿਰ ਉਹ ਪੁੱਛਗਿੱਛ ਦੇ ਵਿੱਚ ਉਹਨੇ ਮੰਨਿਆ ਵੀ ਵੀਡੀਓ ਵੀ ਹੈਗੀਆਂ ਨੇ ਸਿੰਘਾਂ ਕੋਲੇ ਵੀ ਮੈਨੂੰ ਇੱਥੇ ਬੇਅਦਬੀ ਕਰਨ ਵਾਸਤੇ ਸਪੈਸ਼ਲ ਭੇਜਿਆ ਗਿਆ, ਸਾਨੂੰ 30,000 ਰੁਪਇਆ ਵੀ ਦਿੱਤਾ ਵਾ। ਇਸ ਤਰ੍ਹਾਂ ਕਰਕੇ ਉਹਦੇ ਬਿਆਨ ਸੀਗੇ ਤੇ ਫਿਰ ਸਿੰਘਾਂ ਨੇ ਤਹਿਸ ਦੇ ਵਿੱਚ ਜਦੋਂ ਸਿੰਘਾਂ ਨੇ ਦੇਖਿਆ ਵੀ ਆਹ ਕੁਛ ਇਹਨੇ ਕਰਿਆ, ਸਿੰਘਾਂ ਨੇ ਫਿਰ ਉਹਦਾ ਗੁੱਟ ਵੱਢਤਾ। ਇਸ ਪੂਰੇ ਮਾਮਲੇ ਤੇ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦਾ ਪੱਖ ਸਾਹਮਣੇ ਆਉਂਦਾ। ਕਿਸਾਨ ਜਥੇਬੰਦੀਆਂ ਦੁਆਰਾ ਸੰਯੁਕਤ ਕਿਸਾਨ ਮੋਰਚੇ ਦੁਆਰਾ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਸ ਪੂਰੀ ਘਟਨਾ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ ਤੇ ਉਹਨਾਂ ਦੁਆਰਾ ਇਸ ਘਟਨਾ ਦੀ ਨਿੰਦਾ ਵੀ ਕੀਤੀ ਜਾਂਦੀ ਹੈ। ਪੁਲਿਸ ਦਾ ਬਿਆਨ ਵੀ ਸਾਹਮਣੇ ਆਉਂਦਾ ਹੈ। ਪੁਲਿਸ ਨੇ ਕਿਹਾ ਕਿ ਉਹਨਾਂ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ। ਉਸ ਤੋਂ ਬਾਅਦ ਮ੍ਰਿਤਕ ਦੇ ਪਿੰਡ ਵਾਸੀਆਂ ਦਾ ਬਿਆਨ ਵੀ ਸਾਹਮਣੇ ਆਉਂਦਾ ਹੈ ਇਸ ਪੂਰੀ ਘਟਨਾ ਨੂੰ ਲੈ ਕੇ। ਕੀ ਕਹਿਣਾ ਉਹਨਾਂ ਦਾ, ਆਓ ਤੁਹਾਨੂੰ ਉਹ ਵੀ ਸੁਣਾਉਂਦੇ ਹਾਂ। ਭਾਜੀ ਇਹ ਤੇ ਨਾ ਬਹੁਤ ਵਿਚਾਰ ਨਾਲ ਧੱਕਾ ਹੀ ਹੋਇਆ ਹੈ। ਮਤਲਬ ਇਹੋ ਜਿਹਾ ਕੰਮ ਉਹ ਤਾਂ ਕਰਨ ਵਾਲਾ ਨਹੀਂ ਹੈਗਾ। ਨਾ ਤੂੰ ਗੁਰਦੁਆਰੇ ਜਾਂਦਾ ਸੀ ਤੇ ਉੱਥੇ ਜਾ ਕੇ ਇਹ ਕੰਮ ਉਹ ਕਰ ਨਹੀਂ ਸਕਦਾ ਤੇ ਚਾਹੇ ਕਿਸੇ ਨੇ ਕਰਵਾਇਆ ਵਾ, ਪਰ ਬੰਦਾ ਉਹ ਵਿਚਾਰਾ ਇਹੋ ਜਿਹਾ ਨਹੀਂ ਸੀਗਾ। ਪਰ ਹੋਇਆ ਧੱਕਾ ਹੀ ਆ। ਨਿੱਕੇ ਨਿੱਕੇ ਨਿਆਣੇ ਆ ਤੇ ਕਿੰਨੇ ਸਾਹਮਣਾ ਤੇ ਕਿੰਨੇ ਰੱਖਣ। ਭਾਜੀ ਪਰ ਉਹ ਨਸ਼ਾ ਕਰਦਾ ਸੀ ਨਾ, ਤੇ ਪਰ ਉਹ ਆਪਣੇ ਆਪ ਦੇ ਖੁਦ ਆਪਣੀ ਮਿਹਨਤ ਕਰਕੇ ਕਰਦਾ ਸੀ, ਪਰ ਚੋਰੀ ਨਹੀਂ, ਕੋਈ ਚਲੱਕੀ ਨਹੀਂ ਸੀ ਕਰਦਾ ਕਿਸੇ ਨੂੰ। ਮਤਲਬ ਕਿਸੇ ਨਾਲ ਕੋਈ ਮਾੜੀ ਚੰਗੀ ਨਹੀਂ ਸੀ ਕਰਦਾ, ਪਰ ਇਹੋ ਜਿਹਾ ਕੰਮ ਨਹੀਂ ਕਰ ਸਕਦਾ। ਮੈਂ ਆਪ ਖੁਦ ਮਤਲਬ ਮੈਂ ਵੀ ਜ਼ਿਮੀਂਦਾਰ ਹਾਂ ਤੇ ਸਭ ਕੁਝ ਮਾਲਕ ਮੇਰਾ, ਤੇ ਬਾਕੀ ਇਹੋ ਜਿਹੇ ਕੰਮ ਮੈਂ ਨਹੀਂ ਜੋ ਮੰਨ ਸਕਦਾ। ਬਾਕੀ ਉਹ ਤੇ ਹੁਣ ਕਿਸ ਤਰ੍ਹਾਂ ਉਹਦੀ ਕਿਸਮਤ ਨਹੀਂ ਖੜਿਆ ਪਈ, ਚਾਹੇ ਕਿੰਨੇ ਖੜਿਆ ਚਾਹੇ ਨਹੀਂ ਖੜਿਆ, ਇਹ ਨਹੀਂ ਜੋ ਪਤਾ। ਇੱਥੋਂ ਦੇ ਘਰੋਂ ਸਿਸਟਰ ਤੋਂ 50 ਰੁਪਏ ਲੈ ਕੇ ਕਹਿੰਦਾ ਮੈਂ ਮੰਡੀ ਜਾਣਾ, ਇਹ ਪਤਾ ਨਹੀਂ ਕਿੰਨੇ ਖੜਿਆ ਜਦ ਕੀ ਹੋਇਆ, ਕੋਈ ਕਾਗਜ਼ ਦਾ ਪਤਾ ਨਹੀਂ ਕੋਈ ਲੱਗਾ। ਇਸ ਪੂਰੇ ਮਾਮਲੇ ਤੇ ਸਾਡੇ ਸਹਿਯੋਗੀ ਰਣਦੀਪ ਸਿੰਘ ਨੇ ਐਸਜੀਪੀਸੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਦੇ ਨਾਲ ਵੀ ਗੱਲਬਾਤ ਕੀਤੀ। ਉਹਨਾਂ ਨੇ ਵੀ ਆਪਣਾ ਪੱਖ ਇਸ ਮਾਮਲੇ ਨੂੰ ਲੈ ਕੇ ਸਾਹਮਣੇ ਰੱਖਿਆ। ਆਓ ਸੁਣਦੇ ਹਾਂ ਉਹਨਾਂ ਦੇ ਵਿਚਾਰ ਵੀ। ਇਹ ਪਿਛਲੀਆਂ ਸਾਰੀਆਂ ਘਟਨਾਵਾਂ ਦਾ ਨਤੀਜਾ ਹੈ। ਜਦੋਂ ਕਿਸੇ ਦਾ ਤੁਸੀਂ ਗੁੱਸਾ ਠੰਡਾ ਕਰੋਗੇ ਨਹੀਂ, ਕਿਸੇ ਦਾ ਇਨਸਾਫ ਨਹੀਂ ਕਰੋਗੇ, ਤਾਂ ਫਿਰ ਕੁਦਰਤੀ ਇਹੋ ਜਿਹੀਆਂ ਘਟਨਾਵਾਂ ਤਾਂ ਵਾਪਰਨਗੀਆਂ। ਕਾਨੂੰਨ ਤਾਂ ਫਿਰ ਲੋਕ ਆਪਣੇ ਹੱਥਾਂ ਵਿੱਚ ਲੈਣਗੇ। ਇੱਥੇ ਕੋਈ ਕਾਨੂੰਨ ਨਹੀਂ, ਜੱਜ ਦੀ ਜੱਜਮੈਂਟ ਕਾਨੂੰਨ ਹੈ। ਜਿਹਾ ਜਿਹਾ ਜੱਜ ਬੈਠਾ, ਜਿਹੀ ਜਿਹੀ ਉਹਦੀ ਭਾਵਨਾ, ਜਿਹੀ ਜਿਹੀ ਉਹਦੀ ਸੋਚ ਹੈ, ਜੋ ਫਿਰਕੂ ਭਾਵਨਾ ਦੀ ਸੋਚ ਰੱਖਦਾ ਉਹਨੇ ਇਹੋ ਜਿਹਾ ਫੈਸਲਾ ਦੇਣਾ। ਸੰਵਿਧਾਨ ਕੀ ਹੈ ਹਿੰਦੁਸਤਾਨ ਦਾ?
ਸੰਵਿਧਾਨ ਤੇ ਕਾਨੂੰਨ ਦੋਹਾਂ ਵਿੱਚੋਂ ਲੋਕਾਂ ਦਾ ਭਰੋਸਾ ਖਤਮ ਕਰਨ ਲਈ ਸਰਕਾਰਾਂ ਜ਼ਿੰਮੇਵਾਰ ਨੇ। ਮੇਰੀ ਧੀ ਹੈ, ਮੇਰੀ ਧੀ ਦਾ ਮੇਰੇ ਅੱਖਾਂ ਦੇ ਸਾਹਮਣੇ ਰੇਪ ਹੋ ਰਿਹਾ ਤੇ ਮੈਂ ਕਿਹੜੇ ਕਾਨੂੰਨ ਨੂੰ ਡਿੱਕਾਂ ਮੈਂ ਸਮਝਦਾ ਕਿ ਅੱਜ ਜੇ ਕਿਸੇ ਨਿਹੰਗ ਨੇ ਕਾਨੂੰਨ ਆਪਣੇ ਹੱਥਾਂ 'ਚ ਲੈ ਕੇ ਇੱਕ ਬੰਦੇ ਦਾ ਕਤਲ ਕੀਤਾ ਤਾਂ ਉਹਦਾ ਦੋਸ਼ੀ ਨਿਹੰਗ ਸਿੰਘ ਨਹੀਂ ਹੈ, ਉਹਦਾ ਦੋਸ਼ੀ ਕਾਨੂੰਨ ਹੈ। ਨਿਹੰਗ ਸਿੰਘਾਂ ਦੇ ਵੱਲੋਂ ਇੱਕ ਵਿਅਕਤੀ ਦਾ ਕਤਲ ਕੀਤਾ ਜਾਂਦਾ ਹੈ, ਜਿਸ ਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ। ਆਖਰਕਾਰ ਉਹ ਵਿਅਕਤੀ ਕੌਣ ਸੀ, ਉਸ ਦਾ ਕਤਲ ਕਿਉਂ ਕੀਤਾ ਗਿਆ, ਸਾਡੇ ਸਿੱਖ ਬੁੱਧੀਜੀਵੀ ਇਸ ਨੂੰ ਕਿਸ ਨਿਗਾਹ ਦੇ ਨਾਲ ਦੇਖਦੇ ਨੇ, ਅਸੀਂ ਗੱਲਬਾਤ ਕਰਾਂਗੇ। ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੌਲੀ ਸਾਡੇ ਨਾਲ ਨੇ। ਮੈਂ ਸਮਝਦਾ ਜੋ ਕੁਝ ਵੀ ਘਟਨਾ ਅੱਜ ਵਾਪਰੀ ਹੈ ਸਿੰਘੂ ਬਾਰਡਰ ਦੇ ਉੱਤੇ, ਇਹ ਪਿਛਲੀਆਂ ਸਾਰੀਆਂ ਘਟਨਾਵਾਂ ਦਾ ਨਤੀਜਾ ਹੈ। ਜਦੋਂ ਪਿਛਲੀਆਂ ਸਾਰੀਆਂ ਘਟਨਾਵਾਂ ਦੇ ਵਿੱਚ ਦੋਸ਼ੀ ਫੜੇ ਗਏ ਮੌਕੇ ਦੇ ਉੱਤੇ, ਕਿਸੇ ਇੱਕ ਬੰਦੇ ਨੂੰ ਅੱਜ ਤੱਕ ਸਜ਼ਾ ਨਹੀਂ ਹੋਈ, ਕਿਸੇ ਬੰਦੇ ਨੂੰ ਵੀ। ਤੇ ਜੇ ਪਿਛਲੀਆਂ ਘਟਨਾਵਾਂ ਵਿੱਚ ਕਿਸੇ ਨੂੰ ਸਜ਼ਾ ਹੋ ਜਾਂਦੀ, 2-4 ਬੰਦਿਆਂ ਨੂੰ ਸਜ਼ਾ ਹੁੰਦੀ, ਤਾਂ ਮੈਂ ਸਮਝਦਾ ਵੀ ਨਿਹੰਗ ਉਹਨੂੰ ਫੜ ਕੇ ਵੀ ਪੁਲਿਸ ਦੇ ਹਵਾਲੇ ਕਰ ਦਿੰਦੇ। ਨਿਹੰਗ ਸਿੰਘਾਂ ਦੀਆਂ ਸਟੇਟਮੈਂਟਾਂ ਅਨੁਸਾਰ, ਉਹਨਾਂ ਦੇ ਬਿਆਨਾਂ ਅਨੁਸਾਰ ਉਹਨੂੰ ਏਜੰਸੀਆਂ ਨੇ 30 ਲੱਖ ਰੁਪਈਆ ਦਿੱਤਾ ਤੇ 30 ਲੱਖ ਰੁਪਈਆ ਲੈ ਕੇ ਉਹ 30,000 ਆ, ਪਤਾ ਨਹੀਂ 30 ਲੱਖ ਹੈ, ਜੋ ਕੁਝ ਵੀ ਹੈ ਉਹਨੂੰ ਪੇਮੈਂਟ ਦਿੱਤੀ ਗਈ ਹੈ। ਪੈਸੇ ਦੇ ਕੇ ਉਹਦੇ ਕੋਲੋਂ ਇਹ ਕਾਰਾ ਕਰਵਾਇਆ ਗਿਆ। ਇਹ ਕਾਰਾ ਕਰਵਾਉਣ ਦੇ ਵਿੱਚ ਜਿਹੜੀ ਭਾਵਨਾ ਹੈ, ਮਨਸਾ ਹੈ ਮਤਲਬ ਏਜੰਸੀਆਂ ਦੀ, ਉਹ ਕਿਸਾਨੀ ਸੰਘਰਸ਼ ਨੂੰ ਕਿਤੇ ਨਾ ਕਿਤੇ ਤਾਰ ਪਿਡੋ ਕਰਨ ਦੇ ਯਤਨ ਨੇ। ਲੇਕਿਨ ਏਜੰਸੀਆਂ ਜਿਹੜਾ ਇਹ ਖੇਡ ਖੇਡਦੀਆਂ ਨੇ, ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਮਤਲਬ ਡਿਸਟਰੋਏ ਕਰਨਾ ਚਾਹੁੰਦੀਆਂ ਨੇ। ਹੁਣ ਤੁਸੀਂ ਦੇਖੋ, ਪੰਜਾਬ ਤੋਂ ਬਾਹਰ ਹਿੰਦੁਸਤਾਨ ਦੇ ਕਿਸੇ ਸੂਬੇ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੇ ਸਰੂਪ ਦੀ ਬੇਅਦਬੀ ਨਹੀਂ ਹੁੰਦੀ, ਹਿੰਦੁਸਤਾਨ 'ਚ ਕਿਤੇ ਨਹੀਂ ਹੁੰਦੀ। ਹਾਲਾਂਕਿ ਸਾਰੇ ਹਿੰਦੁਸਤਾਨ 'ਚ ਸਿੱਖ ਘੱਟ ਗਿਣਤੀ 'ਚ ਨੇ, ਬਹੁ ਗਿਣਤੀ 'ਚ ਦੂਜੀਆਂ ਕਮਿਊਨਿਟੀਆਂ ਨੇ, ਲੇਕਿਨ ਪੰਜਾਬ 'ਚ ਕਿਉਂ ਹੋ ਰਹੀਆਂ ਨੇ? ਪੰਜਾਬ ਸਰਹੱਦੀ ਸੂਬਾ ਹੈ ਤੇ ਸਰਹੱਦੀ ਸੂਬੇ ਦੇ ਵਿੱਚ ਵਿਦੇਸ਼ੀ ਏਜੰਸੀਆਂ ਵੀ ਹੋ ਸਕਦੀਆਂ, ਭਾਰਤ ਦੀਆਂ ਸਰਕਾਰ ਦੀਆਂ ਏਜੰਸੀਆਂ ਵੀ ਹੋ ਸਕਦੀਆਂ, ਜਿਹੜੀਆਂ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਤੋੜਨ ਦਾ ਯਤਨ ਕਰਦੀਆਂ। ਤੇ ਜਿਹੜੇ ਬੰਦੇ ਦੇ ਵਿੱਚ ਇਨਵਾਲਵ ਨੇ, ਤੋੜਨ ਦਾ ਯਤਨ ਕਰਦੇ ਨੇ, ਸਰਕਾਰ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਕਿਉਂ ਨਹੀਂ ਦਿੰਦੀ? ਲੋਕਾਂ ਦਾ ਗੁੱਸਾ, ਲੋਕਾਂ ਦਾ ਠੰਡਾ ਕਰਨ ਦਾ ਕਿਉਂ ਨਹੀਂ ਯਤਨ ਕਰਦੀ? ਜਦੋਂ ਕਿਸੇ ਦਾ ਤੁਸੀਂ ਗੁੱਸਾ ਠੰਡਾ ਕਰੋਗੇ ਨਹੀਂ, ਕਿਸੇ ਦਾ ਇਨਸਾਫ ਨਹੀਂ ਕਰੋਗੇ, ਤਾਂ ਫਿਰ ਕੁਦਰਤੀ ਇਹੋ ਜਿਹੀਆਂ ਘਟਨਾਵਾਂ ਤਾਂ ਵਾਪਰਨਗੀਆਂ। ਕਾਨੂੰਨ ਤਾਂ ਫਿਰ ਲੋਕ ਆਪਣੇ ਹੱਥਾਂ ਵਿੱਚ ਲੈਣਗੇ। ਜਿਵੇਂ ਇਹ ਘਟਨਾ ਵਾਪਰਦੀ ਹੈ ਤਾਂ ਲਗਾਤਾਰ ਨਿਹੰਗ ਸਿੰਘਾਂ ਦੇ ਉੱਪਰ ਨਿਸ਼ਾਨੇ ਕੱਸੇ ਜਾ ਰਹੇ ਨੇ, ਤੰਜ ਕੱਸੇ ਜਾ ਰਹੇ ਨੇ। ਕਿਹਾ ਜਾ ਰਿਹਾ ਕਿ ਨਿਹੰਗ ਸਿੰਘਾਂ ਨੇ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲਿਆ ਹੈ। ਤੁਸੀਂ ਕੀ ਕਹਿਣਾ ਚਾਹੋਗੇ? ਨਿਹੰਗ ਸਿੰਘਾਂ ਨੇ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲਿਆ ਹੈ, ਇਸ ਤੋਂ ਤੁਸੀਂ ਕਿਵੇਂ ਦੇਖਦੇ ਹੋ? ਕਾਨੂੰਨ ਕੀ ਹੈ ਜੀ? ਅਦਾਲਤ ਵਿੱਚ ਇੱਕ ਕੇਸ ਚੱਲਦਾ ਹੈ, ਜੱਜ ਬੈਠਾ ਅਦਾਲਤ ਵਿੱਚ। ਜੇ ਜੱਜ ਦੀ ਜੱਜਮੈਂਟ ਜਿਹੜੀ ਹੈ ਉਹ ਮਤਲਬ ਪਾਗਲਾਂ ਵਾਲੀ ਹੋਏਗੀ, ਸੋਚ ਉਹਦੀ ਪਾਗਲਾਂ ਵਾਲੀ ਹੋਏਗੀ, ਉਹ ਫੈਸਲਾ ਉਹੋ ਜਿਹਾ ਦੇਏਗਾ। ਤੇ ਜੇ ਜੱਜ ਦੀ ਜੱਜਮੈਂਟ ਸਹੀ ਤਰੀਕੇ ਦੀ ਹੋਊਗੀ, ਸਹੀ ਫੈਸਲਾ ਦੇਏਗਾ। ਇੱਥੇ ਕੋਈ ਕਾਨੂੰਨ ਨਹੀਂ, ਜੱਜ ਦੀ ਜੱਜਮੈਂਟ ਕਾਨੂੰਨ ਹੈ। ਜਿਹਾ ਜਿਹਾ ਜੱਜ ਬੈਠਾ, ਜਿਹੀ ਜਿਹੀ ਉਹਦੀ ਭਾਵਨਾ, ਜਿਹੀ ਜਿਹੀ ਉਹਦੀ ਸੋਚ ਹੈ, ਜੋ ਫਿਰਕੂ ਭਾਵਨਾ ਦੀ ਸੋਚ ਰੱਖਦਾ, ਉਹਨੇ ਉਹੋ ਜਿਹਾ ਫੈਸਲਾ ਦੇਣਾ। ਸੰਵਿਧਾਨ ਕੀ ਹੈ ਹਿੰਦੁਸਤਾਨ ਦਾ? 542 ਦਾ ਹਾਊਸ ਹੈ, ਜਿਹਦੇ ਵਿੱਚ 250 ਤੋਂ ਵੱਧ ਬੰਦੇ ਇੱਕ ਪਾਸੇ ਹੋ ਕੇ ਬਹਿ ਜਾਣ, ਸ਼ਾਮ ਨੂੰ ਸੰਵਿਧਾਨ ਬਦਲ ਦਿੰਦੇ ਨੇ। 70 ਵਾਰੀ ਸੰਵਿਧਾਨ ਬਦਲਤਾ ਹਿੰਦੁਸਤਾਨ ਦਾ, ਜਿੱਦਣ ਦਾ ਮਤਲਬ ਸੰਵਿਧਾਨ ਬਣਿਆ। ਸੰਵਿਧਾਨ ਤੇ ਕਾਨੂੰਨ ਦੋਹਾਂ ਵਿੱਚੋਂ ਲੋਕਾਂ ਦਾ ਭਰੋਸਾ ਖਤਮ ਕਰਨ ਲਈ ਸਰਕਾਰਾਂ ਜ਼ਿੰਮੇਵਾਰ ਨੇ। ਜਦੋਂ ਕਾਨੂੰਨ ਇਹੋ ਜਿਹਾ ਹੋ ਜੇ ਤਾਂ ਫਿਰ ਲੋਕਾਂ ਦਾ ਭਰੋਸਾ ਉੱਠਣਾ ਹੀ ਹੈ। ਜਦੋਂ ਭਰੋਸਾ ਉੱਠੇਗਾ ਤੇ ਮੈਨੂੰ ਤੁਸੀਂ ਦੱਸੋ, ਮੇਰੀ ਧੀ ਹੈ, ਮੇਰੀ ਧੀ ਦਾ ਮੇਰੇ ਅੱਖਾਂ ਦੇ ਸਾਹਮਣੇ ਰੇਪ ਹੋ ਰਿਹਾ ਤੇ ਮੈਂ ਕਿਹੜੇ ਕਾਨੂੰਨ ਨੂੰ ਡਿੱਕਾਂ ਜੀ? ਮੈਨੂੰ ਤੁਸੀਂ ਸਮਝਾਓ ਜੀ। ਤੇ ਮੇਰੇ ਅੰਦਰ ਜਿਹੜਾ ਮੇਰੀ ਧੀ ਪ੍ਰਤੀ ਮੇਰਾ ਰਿਸ਼ਤਾ ਹੈ ਤੇ ਫਿਰ ਮੇਰੀ ਇੱਜ਼ਤ ਦਾ ਸਵਾਲ ਹੈ, ਤੇ ਫਿਰ ਮੈਂ ਉਹ ਰਿਸ਼ਤਾ ਦੇਖਾਂ, ਇੱਜ਼ਤ ਦੇਖਾਂ ਕਿ ਜਾਂ ਕਾਨੂੰਨ ਨੂੰ ਦੇਖਾਂ? ਕਾਨੂੰਨ ਚੱਲ ਕੇ ਕਦੋਂ ਆਏਗਾ, ਕਦੋਂ ਇਨਸਾਫ ਕਰੇਗਾ? ਕਾਨੂੰਨ ਤਾਂ ਮਤਲਬ ਅਦਾਲਤ ਦੇ ਅੰਦਰ ਔਰਤ ਦੀ ਇੱਜ਼ਤ ਦਾ ਚੀਰ ਹਰਨ ਕਰ ਦਿੰਦਾ ਜੀ। ਜਦੋਂ ਅਦਾਲਤਾਂ 'ਚ ਜਾਂਦੀਆਂ ਨੇ, ਜਦੋਂ ਸਾਹਮਣੇ ਵਕੀਲ ਖੜਾ ਹੁੰਦਾ, ਜੋ ਕੁਛ ਉਹ ਬੋਲਦੇ ਨੇ, ਸਵਾਲ ਕਰਦੇ ਨੇ, ਉਹ ਸਵਾਲ ਸੁਣੇ ਨਹੀਂ ਜਾਂਦੇ। ਤੇ ਮੈਂ ਸਮਝਦਾ ਤੇ ਮੇਰੀ ਧੀ ਦਾ ਰੇਪ ਹੁੰਦਾ ਹੋਵੇ ਤੇ ਫਿਰ ਮੈਂ ਕਾਨੂੰਨ ਡਿੱਕੂੰਗਾ ਜੀ। ਫਿਰ ਮਤਲਬ ਕਾਨੂੰਨ ਆਏਗਾ, ਮੈਨੂੰ ਇਨਸਾਫ ਕਰੇਗਾ, ਤੇ ਫਿਰ ਜੇ ਮੇਰੇ 'ਚ ਅਣਖ ਹੋਏਗੀ, ਗੈਰਤ ਹੋਏਗੀ, ਫਿਰ ਮੈਂ ਉਹਦਾ ਬਦਲਾ ਲਊਂਗਾ। ਦੇਖੋ, ਇੱਥੇ ਲਿਆ ਕੇ ਨਿਹੰਗ ਸਿੰਘਾਂ ਨੂੰ ਖੜਾ ਅਦਾਲਤਾਂ ਨੇ ਕੀਤਾ, ਪਾਰਲੀਮੈਂਟ ਨੇ ਕੀਤਾ, ਸੰਵਿਧਾਨ ਨੇ ਕੀਤਾ, ਕਾਨੂੰਨ ਨੇ ਕੀਤਾ, ਸਰਕਾਰਾਂ ਨੇ ਕੀਤਾ, ਏਜੰਸੀਆਂ ਨੇ ਕੀਤਾ, ਪੁਲਿਸ ਨੇ ਕੀਤਾ। ਮੈਂ ਸਮਝਦਾ ਕਿ ਅੱਜ ਜੇ ਕਿਸੇ ਨਿਹੰਗ ਨੇ ਕਾਨੂੰਨ ਆਪਣੇ ਹੱਥਾਂ 'ਚ ਲੈ ਕੇ ਇੱਕ ਬੰਦੇ ਦਾ ਕਤਲ ਕੀਤਾ ਤਾਂ ਉਹਦਾ ਦੋਸ਼ੀ ਨਿਹੰਗ ਸਿੰਘ ਨਹੀਂ ਹੈ, ਉਹਦਾ ਦੋਸ਼ੀ ਕਾਨੂੰਨ ਹੈ, ਉਹਦਾ ਦੋਸ਼ੀ ਅਦਾਲਤ ਹੈ, ਉਹਦਾ ਦੋਸ਼ੀ ਸੰਵਿਧਾਨ ਹੈ,
ਏਜੰਸੀਆਂ ਉਹਦੀਆਂ ਦੋਸ਼ਾਂ ਨੇ, ਸਰਕਾਰ ਉਹਦੀਆਂ ਦੋਸ਼ੀ ਨੇ। ਜਦੋਂ ਇੰਨੀਆਂ ਘਟਨਾਵਾਂ ਪੰਜਾਬ ਵਿੱਚ ਵਾਪਰ ਗਈਆਂ ਤੇ ਉਹ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਉਹ ਮੌਕੇ ਦੇ ਬੰਦੇ ਫੜੇ ਗਏ ਨੇ ਤੇ ਅੱਜ ਤੱਕ ਇੱਕ ਬੰਦਾ ਸਰਕਾਰ ਦੱਸੇ ਕਿ ਜਿਸ ਬੰਦੇ ਨੂੰ ਸਜ਼ਾ ਦਿੱਤੀ ਹੈ ਸਰਕਾਰ ਨੇ ਕਾਨੂੰਨ ਅਨੁਸਾਰ। ਜਦੋਂ ਕਾਨੂੰਨ ਅਨੁਸਾਰ ਸਜ਼ਾ ਹੀ ਨਹੀਂ ਕਿਸੇ ਨੂੰ ਦਿੱਤੀ ਜਾਂਦੀ ਤੇ ਫਿਰ ਅਗਲਾ ਕਾਨੂੰਨ ਨੂੰ ਕੀ ਸਿਰ ਤੇ ਚੱਕੀ ਫਿਰੇਗਾ ਜੀ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੁਆਰਾ ਆਪਣੇ ਅਹੁਦੇ ਸੰਭਾਲੇ ਨੂੰ ਅਜੇ 15 ਦਿਨ ਹੀ ਹੋਏ ਆ ਕਿ ਟਰਾਂਸਪੋਰਟ ਵਿਭਾਗ ਦੀ ਪੂਰੀ ਤਸਵੀਰ ਬਦਲ ਗਈ ਹੈ। ਅੱਜ ਤੜਕਸਾਰੀ ਰਾਜਾ ਵੜਿੰਗ ਨੇ ਪਟਿਆਲਾ ਦੇ PRTC ਡਿਪੂ ਦਾ ਦੌਰਾ ਕੀਤਾ ਤੇ ਮੌਕੇ ਤੇ ਮੌਜੂਦ ਡਰਾਈਵਰਾਂ ਤੇ ਕੰਡਕਟਰਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਤੇ ਨਾਲ ਹੀ ਇਸ ਮਹਿਕਮੇ ਦੀ ਭਲਾਈ ਲਈ ਉਹਨਾਂ ਤੋਂ ਸਹਿਯੋਗ ਦੀ ਵੀ ਮੰਗ ਕੀਤੀ। ਜੀ ਅੱਜ ਡਿਪੂ 'ਚ ਆਇਆ ਸੀ, ਫਿਰ ਮੈਂ ਬੱਸ ਸਟੈਂਡ 'ਚ ਵੀ ਜਾਣਾ ਹੈ। ਮੈਂ ਸਾਡੇ ਮੁਲਾਜ਼ਮਾਂ ਨੂੰ ਮਿਲਣਾ ਚਾਹੁੰਦਾ ਸੀ, ਡਰਾਈਵਰਸ ਨੂੰ, ਕਨੈਕਟਰਸ ਨੂੰ, ਜਿਨ੍ਹਾਂ ਲੋਕ ਜਿਹੜੇ ਮਿਹਨਤ ਕਰਦੇ ਆ ਉਹਨਾਂ ਦੀਆਂ ਕੀ ਦੁੱਖ ਤਕਲੀਫਾਂ ਹੈ, ਉਹਨਾਂ ਦੀਆਂ ਜ਼ਰੂਰਤਾਂ ਕੀ ਹੈ। ਹੌਲੀ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਹਜੇ 10-12 ਦਿਨ ਹੋਏ ਆ ਮੈਨੂੰ ਮੰਤਰੀ ਬਣੇ ਨੂੰ। ਸੋ ਮੈਂ ਚਾਹੁੰਦਾ ਕਿ ਹਰ ਉਹ ਵਿਅਕਤੀ ਜਿਹੜਾ ਪੰਜਾਬ ਰੋਡਵੇਜ਼ ਵਾਸਤੇ, PRTC ਵਾਸਤੇ ਔਰ ਟਰਾਂਸਪੋਰਟ ਮਹਿਕਮੇ ਦੇ ਵਾਸਤੇ ਕੰਮ ਕਰਦਾ ਹੈ, ਚਾਹੇ ਉਹ ਵਰਕਸ਼ਾਪ 'ਚ ਕੰਮ ਕਰਦਾ ਹੈ, ਚਾਹੇ ਉਹ ਡਰਾਈਵਰ ਹੈ, ਚਾਹੇ ਉਹ ਕੰਡਕਟਰ ਹੈ, ਚਾਹੇ ਉਹ ਡਿਪੂ 'ਚ ਕੋਈ ਹੋਰ ਮੁਲਾਜ਼ਮ ਹੈ, ਉਸ ਹਰ ਵਿਅਕਤੀ ਨੂੰ ਮਿਲਿਆ ਜਾਵੇ ਤੇ ਉਹਦੀਆਂ ਤਕਲੀਫਾਂ ਜਾਣੀਆਂ ਜਾਣ ਕਿਉਂਕਿ ਉਹ ਵੱਧ ਤਜਰਬੇਕਾਰ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਦੇ 30 ਸਾਲ ਇਸ ਮਹਿਕਮੇ 'ਚ ਗੁਜ਼ਾਰਤੇ। ਅਗਰ ਮੈਂ ਸਮਝਾ ਕਿ ਮੈਂ ਮੰਤਰੀ ਬਣ ਕੇ ਉਹਨਾਂ ਤੋਂ ਜ਼ਿਆਦਾ ਸਮਝਦਾਰ ਹਾਂ ਤਾਂ ਫਿਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਗਲਤੀ ਹੋਏਗੀ। ਸੋ ਉਹਨਾਂ ਤੋਂ ਜਾਣਕਾਰੀ ਲੈਣ ਵਾਸਤੇ ਤੇ ਉਹਨਾਂ ਨੂੰ ਮਿਲਣ ਵਾਸਤੇ ਇੱਥੇ ਆਇਆ। ਜਿਸ ਤਰ੍ਹਾਂ ਕਿ ਕੱਚੇ ਮੁਲਾਜ਼ਮ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਤੁਸੀਂ ਮੁਲਾਕਾਤ ਵੀ ਕੀਤੀ, ਆਸ਼ਵਾਸਨ ਵੀ ਦਿੱਤਾ ਕਿ ਉਹਨਾਂ ਦੀ ਸਮੱਸਿਆਵਾਂ ਹੱਲ ਹੋ ਜਾਣਗੀਆਂ। 100% ਜੀ। ਸਾਡੇ ਮੁੱਖ ਮੰਤਰੀ ਸਾਹਿਬ ਚੰਨੀ ਸਾਹਿਬ ਨੇ ਉਹਨਾਂ तमाम ਲੋਕਾਂ ਨਾਲ, ਉਹਨਾਂ ਦੀ ਯੂਨੀਅਨ ਨਾਲ ਮੀਟਿੰਗ ਕੀਤੀ ਹੈ। ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਜਿਹੜਾ ਪੱਕਿਆਂ ਵਾਲਾ ਕੰਮ ਹੈ ਪੂਰੇ ਪੰਜਾਬ ਦਾ ਕਰ ਰਹੇ ਹਾਂ। ਉਹਦੇ 'ਤੇ ਕੱਲ੍ਹ ਵੀ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਸੀ। ਲੇਕਿਨ ਤਮਾਮ ਇਹਨਾਂ ਮੁਲਾਜ਼ਮਾਂ ਦੀ ਜਿਹੜੇ ਕੰਟਰੈਕਟ ਬੇਸਿਸ 'ਤੇ ਹੈਗੇ ਨੇ ਉਹਨਾਂ ਦੀ ਤਨਖਾਹ ਦੇ ਵਿੱਚ 30% ਜਿਹੜਾ ਵਾਧਾ ਕਰਨ ਦੀ ਅਸੀਂ ਤਜਵੀਜ਼ ਪੇਸ਼ ਕੀਤੀ ਹੈ ਔਰ ਇਹ 'ਤੇ ਅਸੀਂ ਸਾਈਨ ਕਰਤੇ ਹੈ, ਮੇਰੇ ਸਾਈਨ ਹੋ ਗਏ ਹੈ ਔਰ ਮੁੱਖ ਮੰਤਰੀ ਸਾਹਿਬ ਨੇ ਪ੍ਰਵਾਨਗੀ ਦਿੱਤੀ ਹੈ। ਤੇ 5% ਹਰ ਸਾਲ ਉਹਨਾਂ ਦੀ ਤਨਖਾਹ ਦੇ ਵਿੱਚ ਇਨਕਰੀਮੈਂਟ ਹੋਏਗਾ। ਔਰ ਕੁਝ ਗੱਲਾਂ ਹੋਰ ਵੀ ਯੂਨੀਅਨ ਦੇ ਮੁਲਾਜ਼ਮਸ ਨੇ ਕਹੀਆਂ ਸੀ ਕਿ ਜਿਹੜੇ ਲੋਕ ਕੋਈ ਟਿਕਟ ਦੇ ਰਾਹੀਂ ਜਾਂ ਕਿਸੇ ਇਨਕੁਆਰੀ 'ਚ ਫੜੇ ਜਾਂਦੇ, ਉਸ ਇਨਕੁਆਰੀ 'ਚ ਸਾਡਾ ਇੱਕ ਵਿਅਕਤੀ ਬੈਠ ਜਾਏ, 2 ਆਫੀਸਰ ਸਾਹਿਬਾਨ ਹੋਣ ਤਾਂ ਇਹ ਜ਼ਿਆਦਾ ਬਿਹਤਰ ਹੋਏਗਾ। ਉਹ ਵੀ ਅਸੀਂ ਉਹਨਾਂ ਦੀ ਗੱਲ ਮੰਨ ਲਈ ਹੈ। ਕਈਆਂ ਲੋਕਾਂ ਨੇ ਹੋਰ ਕਿਹਾ ਸੀ ਕਿ ਸਟ੍ਰਾਈਕ ਤੇ ਜਿਹੜੀ ਸਾਡੇ ਪੈਸੇ ਕੱਟੇ ਗਏ ਹੈ ਜਾਂ ਉਹ ਰੱਖੇ ਜਾਣ, ਉਹਦੇ ਬਾਰੇ ਵੀ ਅਸੀਂ ਸੋਚ ਵਿਚਾਰ ਕਰ ਰਹੇ ਹਾਂ ਔਰ ਇਹਨਾਂ ਦੇ ਮੁਤਾਬਕ ਅਸੀਂ ਫੈਸਲਾ ਕਰ ਲਾਂਗੇ। ਅਸੀਂ ਕਿਸੇ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ। ਪੂਰੇ ਦੇਸ਼ ਵਿੱਚ ਜਿੱਥੇ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਉੱਥੇ ਹੀ ਸ੍ਰੀ ਮੁਕਤਸਰ ਸਾਹਿਬ ਵਿੱਚ ਵਾਲਮੀਕੀ ਭਾਈਚਾਰੇ ਵੱਲੋਂ ਦੁਸਹਿਰੇ ਨੂੰ ਬਲੀਦਾਨ ਦਿਵਸ ਵਜੋਂ ਮਨਾਇਆ ਗਿਆ ਤੇ ਨਾਲ ਹੀ ਉਹਨਾਂ ਦੁਆਰਾ ਰਾਵਣ ਦੀ ਪੂਜਾ ਵੀ ਕੀਤੀ ਗਈ। ਵਾਲਮੀਕ ਸਮਾਜ ਸ੍ਰੀ ਮੁਕਤਸਰ ਸਾਹਿਬ ਦੀ ਤਰਫੋਂ ਵਾਲਮੀਕ ਸਭਾ ਦੀ ਅਗਵਾਈ ਦੇ ਵਿੱਚ ਸਮੂਹ ਸਮਾਜ ਦੀ ਤਰਫੋਂ ਸਮੂਹ ਰਵਿਦਾਸ ਭਾਈਚਾਰਾ, ਹੋਰ ਵੀ ਸਮਾਜ ਸੇਵੀ ਜਥੇਬੰਦੀਆਂ ਇੱਥੇ ਹਾਜ਼ਰ ਨੇ। ਅੱਜ ਮਹਾਤਮਾ ਰਾਵਣ ਜੀ ਦੀ ਪੂਜਾ ਕਰ ਰਹੇ ਹਾਂ, ਜਿਹੜੇ ਕਿ ਪਿਛਲੇ ਅਸੀਂ 5 ਸਾਲਾਂ ਤੋਂ ਕਰ ਰਹੇ ਹਾਂ, 6ਵਾਂ ਸਾਲ ਹੈ ਸਾਨੂੰ। ਮਹਾਤਮਾ ਰਾਵਣ ਜੀ ਦੀ ਪੂਜਾ ਕਰਨ ਦਾ ਸਾਡੇ ਕਾਰਨ ਹੈ ਕਿ ਚਾਰੇ ਵੇਦਾਂ ਦੇ ਗਿਆਤਾ ਹੋਣ ਦੇ ਨਾਤੇ ਇੱਕ ਬਹੁਤ ਹੀ ਮਹਾਂਪੁਰਖ ਸਨ। ਉਹਨਾਂ ਨੇ ਆਪਣੀ ਲੰਕਾ ਦੇ ਵਿੱਚ ਬਿਨਾਂ ਜਾਤੀ ਪ੍ਰਥਾ ਤੋਂ, ਜਿਵੇਂ ਵੀ ਅੱਜ ਕੱਲ੍ਹ ਅਸੀਂ ਦੇਖ ਲਏ ਹਾਂ ਆਪਣੇ ਨੌਕਰਾਂ ਵਾਸਤੇ, ਸੇਵਾਦਾਰਾਂ ਵਾਸਤੇ ਅਲੱਗ-ਅਲੱਗ ਘਰ ਬਣਾਏ ਹੁੰਦੇ ਆ, ਪਰ ਉਹਨਾਂ ਨੇ ਪੂਰੀ ਹੀ ਲੰਕਾ ਸੋਨੇ ਦੀ ਬਣਾਈ ਹੋਈ ਸੀ ਜਿੱਥੇ ਸਭ ਨੂੰ ਬਰਾਬਰ ਦਾ ਮਾਨ ਸਨਮਾਨ ਸੀ। ਮਾਤਾ ਸੀਤਾ ਨੂੰ ਆਪਣੀ ਭੈਣ ਦਾ ਬਦਲਾ ਲੈਣ ਲਈ ਉਹਨਾਂ ਨੇ ਹਰਨ ਕੀਤਾ, ਲੇਕਿਨ ਹਰਨ ਕਰਨ ਤੋਂ ਬਾਅਦ ਵੀ ਉਹਨਾਂ ਨਾਲ ਕੋਈ ਗਲਤ ਸ਼ਬਦਾਵਲੀ ਜਾਂ ਕੋਈ ਗਲਤ ਹਰਕਤ ਨਹੀਂ ਕੀਤੀ। ਸਭ ਤੋਂ ਸੁੰਦਰ ਸਥਾਨ ਅਸ਼ੋਕ ਵਾਟਿਕਾ, ਜਿਹੜਾ ਕਿ ਰਾਵਣ ਦਾ ਸਭ ਤੋਂ ਪ੍ਰਿਯ ਸਥਾਨ ਸੀ, ਉੱਥੇ ਉਹਨਾਂ ਨੂੰ ਰੱਖਿਆ ਗਿਆ। ਸਿਰਫ ਤੇ ਸਿਰਫ ਇਸਤਰੀਆਂ ਨੂੰ ਹੀ ਉਹਨਾਂ ਦੀ ਸੇਵਾ ਲਈ ਮੁਕਰਰ ਕੀਤਾ ਗਿਆ। ਇਨਸਾਨਾਂ ਨੂੰ ਖੁਦ ਰਾਵਣ ਜੀ ਆਪ ਜਾਂ ਉਹਨਾਂ ਦਾ ਪਰਿਵਾਰ ਦਾ ਮੈਂਬਰ ਵੀ ਸੀਤਾ ਕੋਲੇ ਨਹੀਂ ਜਾਂਦੇ ਸੀ। ਸਿਰਫ ਤੇ ਸਿਰਫ ਉਹਨਾਂ ਨੇ ਇੱਕ ਹੀ ਗੱਲ ਸੀ ਵੀ ਆਪਣੀ ਭੈਣ ਦਾ ਬਦਲਾ ਲੈਣ ਲਈ ਉਹਨਾਂ ਨੂੰ ਇੱਕ ਕਦਮ ਚੱਕਣਾ ਪਿਆ, ਪਰ ਉਹਦੇ ਵਿੱਚ ਉਹਨਾਂ ਦੀ ਕੋਈ ਗਲਤ ਮਨਸ਼ਾ ਨਹੀਂ ਸੀ, ਕੋਈ ਉਹਨਾਂ ਦੀ ਗਲਤ ਹਰਕਤ ਨਹੀਂ ਸੀ। ਔਰ ਸਭ ਤੋਂ ਜਿਹੜੀ ਰਾਵਣ ਜੀ ਦੀ ਪ੍ਰਾਪਤੀ ਆਪਾਂ ਕਹਿ ਸਕਦੇ ਹਾਂ ਕਿ ਅੱਜ ਜਦੋਂ ਦੁਸ਼ਹਿਰਾ ਚੱਲਦਾ ਹੈ, ਅੱਜ ਆਪਣੇ ਸ਼ਹਿਰ 'ਚ ਵੀ ਮਨਾਇਆ ਜਾ ਰਿਹਾ, ਜਿਵੇਂ ਹੀ ਦੁਸ਼ਹਿਰਾ ਰਾਵਣ ਨੂੰ ਅੱਗ ਲਾ ਦਿੰਦੇ ਆ, ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਲੱਕੜੀਆਂ ਹੁੰਦੀਆਂ ਨਾ, ਲੋਕ ਘਰਾਂ 'ਚ ਲੈ ਕੇ ਜਾਂਦੇ ਆ। ਤੁਸੀਂ ਕਈ ਸਾਲਾਂ ਤੋਂ ਦੇਖਦੇ ਆ ਰਹੇ ਹੋ, ਅਸੀਂ ਵੀ ਦੇਖਦੇ ਆ ਰਹੇ ਹਾਂ। ਉਹਨਾਂ ਲੱਕੜੀਆਂ ਨੂੰ ਇਸ ਕਰਕੇ ਲੈ ਕੇ ਜਾਂਦੇ ਵੀ ਸਾਡੇ ਘਰ 'ਚ ਸੁੱਖ ਸ਼ਾਂਤੀ ਰਹੇ, ਕੋਈ ਹਾਰੀ ਬਿਮਾਰੀ ਨਾ ਆਵੇ, ਕੋਈ ਮਾੜੀ ਚੰਗੀ ਚੀਜ਼ ਸਾਡੇ ਘਰ 'ਚ ਨਾ ਆਵੇ। ਉਹਨੂੰ ਇਸ ਕਰਕੇ ਲੈ ਕੇ ਜਾਂਦੇ ਵੀ ਸਾਡੇ ਘਰ 'ਚ ਸੁੱਖ ਸ਼ਾਂਤੀ ਰਹੇ, ਕੋਈ ਹਾਰੀ ਬਿਮਾਰੀ ਨਾ ਆਵੇ, ਕੋਈ ਮਾੜੀ ਚੰਗੀ ਚੀਜ਼ ਸਾਡੇ ਘਰ 'ਚ ਨਾ ਆਵੇ। ਤੁਸੀਂ ਇਹ ਦੇਖੋ ਅੱਜ ਘਰ 'ਤੇ ਜਦੋਂ ਉਹਦੀ ਲੱਕੜੀਆਂ 'ਚ ਇੰਨੀ ਸ਼ਕਤੀ ਹੈ, ਇੰਨੀ ਪਾਵਰ ਹੈ ਵੀ ਲੋਕ ਉਹਨੂੰ ਲਿਆ ਕੇ ਆਪਣੀ ਸੁੱਖ ਸ਼ਾਂਤੀ ਮੰਗਦੇ ਆ।
ਤਾਂ ਤੁਸੀਂ ਦੱਸੋ ਉਹਨਾਂ ਮਹਾਤਮਾ ਰਾਵਣ ਦੇ ਵਿੱਚ ਖੁਦ ਕਿੰਨੀ ਸ਼ਕਤੀ ਹੋਊਗੀ ਜਿਨ੍ਹਾਂ ਦੇ ਪੁਤਲਿਆਂ ਦੀ ਲੱਕੜੀਆਂ ਵਿੱਚ ਇੰਨੀ ਸ਼ਕਤੀ ਆ। ਤੇ ਅੱਜ ਅਸੀਂ ਸਾਰੇ ਮਹਾਤਮਾ ਰਾਵਣ ਜੀ ਨੂੰ ਉਹਨਾਂ ਦੇ ਬਲੀਦਾਨ ਦਿਵਸ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹਾਂ। ਜੈ ਵਾਲਮੀਕੀ, ਜੈ ਰਵਿਦਾਸ, ਜੈ ਕਬੀਰ, ਜੈ ਮਹਾਤਮਾ ਰਾਵਣ, ਜੈ ਭੀਮ, ਜੈ ਭਾਰਤ। ਵਧਦੇ ਹਾਂ ਅਗਲੀ ਖਬਰ ਵੱਲ। ਅਗਲੀ ਖਬਰ ਜੋ ਕਿ ਪਟਿਆਲਾ ਤੋਂ ਆਈ ਹੈ, ਬੜੀ ਹੀ ਮੰਦਭਾਗੀ ਖਬਰ ਹੈ ਕਿਉਂਕਿ ਅੱਜ ਤੜਕਸਾਰੀ ਪਟਿਆਲਾ ਦੇ ਦੇਵੀਗੜ੍ਹ ਰੋਡ ਤੇ ਜੌੜੀਆਂ ਨਹਿਰਾਂ ਦੇ ਕੋਲ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਦੇ ਵਿੱਚ 5 ਜਾਣੇ ਮੌਕੇ ਤੇ ਹੀ ਜਿਨ੍ਹਾਂ ਦੀ ਮੌਤ ਹੋ ਗਈ ਸੀ ਤੇ 11 ਜਾਣੇ ਇਸ ਪੂਰੇ ਹਾਦਸੇ ਦੇ ਵਿੱਚ ਜ਼ਖਮੀ ਹੋਇਆ ਤੇ ਇਸ ਹਾਦਸੇ ਦੇ ਵਿੱਚ ਇੱਕ 13 ਸਾਲਾ ਬੱਚੇ ਦੀ ਵੀ ਮੌਤ ਹੋ ਗਈ। ਰਾਤੀ 2:30 ਦੇ ਵਿੱਚ ਹਾਦਸਾ ਹੋਇਆ ਜੀ। 2:30 ਦੇ ਵਿੱਚ ਹਾਦਸਾ ਹੋਇਆ ਜੀ। ਤੇ ਹਾਦਸਾ ਕਿੱਦਾਂ ਹੋਇਆ? ਹਾਦਸਾ ਜੀ ਕਹਿੰਦੇ ਟਰੇਲੀ ਆ ਰਹੀ ਸੀ, ਉਹਨਾਂ ਨੇ ਗੱਡੀ ਵਿੱਚ ਲੈ ਕੇ ਮਾਰੀ ਹੈ ਜੀ ਤੇ ਉਹ ਟਰੇਲੀ ਪਲਟਾ ਖਾ ਗਏ, ਟਰੈਕਟਰ ਟਰੇਲੀ ਪਲਟਾ ਖਾ ਗਏ। ਜਿਹੜੇ ਬੱਚੇ ਸੀ ਤੇ 3 ਬੰਦੇ, ਇੱਕ ਬੱਚਾ ਤੇ 2 ਮਰਦ, ਉਹਨਾਂ ਦੀ ਮੌਕੇ ਤੇ ਡੈਥ ਹੋ ਗਈ। ਬਾਕੀ ਸਾਰੇ ਡੈਮੇਜ ਹੈ ਜੀ, ਕੋਈ ਸੀਰੀਅਸ ਹੈ, ਕੋਈ 2 ਪੀਜੀਆਈ ਗਏ ਨੇ, ਬਾਕੀ ਉਰੇ ਪਏ ਨੇ। ਬਾਕੀ ਹੁਣ ਦੇਖੋ ਕਿੰਨੇ ਕੇ ਜਾਂਦੇ ਨੇ ਜੀ। ਤੇ ਕਿੱਥੋਂ ਦੀ ਆ ਰਹੇ ਸੀ? ਕਰਨਾਲ ਤੋਂ ਆ ਰਹੇ ਸੀ ਜੀ, ਮਾਠਾ ਟੇਕੇ ਦਰਗਾਹ ਤੋਂ। ਤੇ ਰਸਤੇ 'ਚ ਹੀ ਹੋਇਆ? ਹਾਂਜੀ ਹਾਂਜੀ। ਕਿਹੜੀ ਜਗ੍ਹਾ ਤੇ? ਜੋੜੀਆਂ ਤੇ ਹੋਏ, ਜੋੜੀਆਂ ਤੇ ਫਨਪਲਟ ਨਹੀਂ, ਫਨਪਲਟ ਤੋਂ ਅੱਗੋਂ ਜਿਹੜੇ। ਹੁਣ ਮੌਕੇ ਤੇ ਪੁਲਿਸ ਪਹੁੰਚ ਗਈ ਸੀ? ਮੌਕੇ ਤੇ ਪੁਲਿਸ ਲੇਟ ਆਈ ਸੀ ਜੀ, ਮੌਕੇ ਤੇ ਨਹੀਂ ਅਸੀਂ ਲੇਟ ਆਏ ਸੀ ਜਦ ਉੱਥੇ ਸਾਰਾ ਕੁਝ ਹਟਾਤਾ ਸੀ। ਤੇ ਹੁਣ ਕੀ ਮੰਗ ਕਰਨਾ ਚਾਹੁੰਦੇ ਹੋ ਤੁਸੀਂ? ਮੰਗ ਕੀ ਕਰਨਾ ਚਾਹੁੰਦੇ, ਬਸ ਹੁਣ ਦੇਖਦੇ ਹੁਣ ਕੀ ਬਣਦਾ ਜੀ। ਬੱਚੇ ਠੀਕ ਹੋਵੇ, ਸਾਡੇ ਹੋਵੇ ਜੀ। ਡੈਮ ਹੈ ਸਾਰੇ ਦੇਖੋ, ਤੁਹਾਡੇ ਸਾਹਮਣੇ ਗੱਡੀ 'ਚ ਗਏ, ਪੀਜੇ ਗਏ, सब गए। दरगाह से आ रहे थे? हाँ जी, सब दरगाह से आ रहे थे। कितने लोग थे? टोटल 30-40 लोग थे जी। तो सारे के सारे फट्टड़ हैं? हाँ, सारे के सारे फट्टड़ है। किसकी टांग में लगी है, किसकी बक्खी में लगी है, किसका सिर फटा है, किसके टांके लगे। इनमें बच्चों की संख्या ज़्यादा थी कि बड़ी? नहीं, बच्चे भी थी ते वो भी थे, सबके साथ। सर इतना वो ना था, इतना वो नहीं था। लेकिन एक बच्चे की मौत होगी इसमें? एक बच्चे की तुरंत मौत होगी तो 2 आदमी की। कितने उम्र थी बच्चे की? बच्चे की होगी 12 के साल ते वो होएगे पत्ती क्या। सभी एक जगह के थे सब एक कॉलोनी के। जा कहाँ रहे थे? पटियाले आ रहे थे, करनाल से माथा टेक के पटियाले आ रहे थे। श्रीमान जी, मेरा नाम हकाम हरदेव सिंह, मैं रूड़ीकोट महल्ले 'ਚ ਰਹਿੰਦਾ ਜੀ। ਕੀ ਹਾਦਸਾ ਹੋਇਆ ਜੀ ਜਿਹੜਾ? ਇਹ ਹਾਦਸਾ ਜੀ ਕਿਸੇ ਪੀਰ ਦੇ ਮੱਥਾ ਟੇਕਣ ਗਏ ਸੀ, ਉੱਥੋਂ ਮੱਥਾ ਟੇਕ ਕੇ ਆ ਰਹੇ ਸੀ। ਇਹ ਸਾਡੇ ਰੂੜੀਕੋਟ ਮੁਹੱਲੇ ਦੇ ਆ ਜੀ ਬੰਦੇ। 3 ਬੰਦੇ ਮਰ ਗਏ, ਬਾਕੀ ਜ਼ਖਮੀ ਆ ਜੀ। ਕਿੱਦਾਂ ਹੋਇਆ? ਇਹ ਉਸ ਟਾਈਮ ਤਾਂ ਅਸੀਂ ਹੈ ਨਹੀਂ ਸੀ ਜੀ ਉੱਥੇ। ਉੱਥੋਂ ਫਿਰ ਐਂਬੂਲੈਂਸ ਲੈ ਆਈ, ਅਸੀਂ ਇੱਥੇ ਸਿੱਧੇ ਆਏ ਹਾਂ ਜੀ। ਕਾਹਦੇ ਉੱਤੇ ਸਵਾਰ ਸੀ? ਇਹ ਟਰੈਕਟਰ ਟਰਾਲੀ ਤੇ ਸੀ। ਕਿੰਨੇ ਮਾਰੇ ਨੂੰ ਲੱਗੀ? ਇਹ ਕੋਈ ਸਕਾਰਪੀਓ ਗੱਡੀ ਹੈ ਜੀ। ਹਾਂ ਜੀ। ਮਤਲਬ ਕਿਹੜੀ ਜਗ੍ਹਾ ਤੇ ਹੋਇਆ? ਇਹ ਜੋੜੀਆਂ ਦੇ ਕੋਲੇ। ਜੋੜੀਆਂ ਕੋਲ। ਕਿੱਥੇ ਜਾ ਰਹੇ ਸੀ? ਇਹ ਘਰ ਵਾਪਸ ਆ ਰਹੇ ਸੀ ਜੀ, ਉੱਥੇ ਪੀਰ ਦੇ ਮੱਥਾ ਟੇਕ ਕੇ ਵਾਪਸ ਆ ਰਹੇ ਸੀ। ਕਿੰਨੇ ਬੰਦੇ ਦੀ ਡੈਥ ਹੋਈ ਹੈ, ਕਿੰਨੇ ਜ਼ਖਮੀ? ਇਹ 3 ਬੰਦਿਆਂ ਦੀ ਡੈਥ ਹੋ ਗਈ, 2 ਜ਼ਖਮੀ। ਜ਼ਿਆਦਾ ਜ਼ਖਮੀ ਹੋਣੇ ਆ ਜੀ, ਜ਼ਿਆਦਾ ਇੰਨਾ ਜੇ ਸਾਨੂੰ ਪਤਾ ਨਹੀਂ ਲੱਗਿਆ ਜੀ। ਗਲਤੀ ਮੰਨੀ ਜਾ ਸਕਦੀ ਕਿਸੇ ਦੀ ਗਲਤੀ? ਇਹ ਗਲਤੀ ਤਾਂ ਜੀ ਹੁਣ ਉੱਥੇ ਹੁਣ ਕਹਿ ਨਹੀਂ ਸਕਦੇ ਵੀ ਅਸੀਂ ਤਾਂ ਇੰਨੀ ਬੇਨਤੀ ਕਰਦੇ ਆ ਵੀ ਇੱਕ ਗਰੀਬ ਪਰਿਵਾਰ ਆ, ਰੂੜੀ ਕੁੱਟ ਕੇ ਗੁਜ਼ਾਰਾ ਕਰਦਾ। ਜਦੋਂ ਆਪਾਂ ਦੂਸਰੇ ਸੂਬੇ ਦੇ ਵਿੱਚ ਮਦਦ ਦੇ ਸਕਦੇ ਆ, ਚਾਹੇ ਚਲੋ ਉਹ ਵੀ ਕਿਸਾਨ ਵੀ ਆਪਣੇ ਆ, ਇਹ ਨਹੀਂ ਗੱਲ ਕਹਿੰਦੇ। ਉੱਥੇ ਇਹ ਇਹਨਾਂ ਕੋਲੇ ਵਿਚਾਰੇ ਕੋਲੇ ਘਰ ਨਹੀਂ, ਸਰਕਾਰੀ ਜਗ੍ਹਾ ਤੇ ਮੰਦਿਰ ਦੀ ਜਗ੍ਹਾ ਤੇ ਇਹਨਾਂ ਦੇ ਮਕਾਨ ਪਾਏ ਹੋਏ ਆ। ਇਹਨਾਂ ਨੂੰ ਗੌਰਮੈਂਟ ਵੱਲ ਇੱਕ ਦਾ ਟੱਬਰ ਬਿਲਕੁਲ ਹੀ ਖਤਮ ਹੋ ਗਿਆ ਕਿ ਇੱਕ ਦੀ ਰੀੜ੍ਹ ਦੀ ਹੱਡੀ 2 ਮਰ ਗਏ, ਇੱਕ ਦਾ ਟੱਬਰ ਬਿਲਕੁਲ, ਜਿਹੜੀ ਸਾਰੇ ਰੋੜੀ ਕੁੱਟਣ ਵਾਲੇ ਗਰੀਬ ਹੀ ਆ, ਦਿਹਾੜੀ ਲਾ ਕੇ ਖਾਣ ਵਾਲੇ ਆ ਜੀ। ਇਹਨਾਂ ਨੂੰ ਕੋਈ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਆ, ਚੰਨੀ ਸਾਹਿਬ ਉਹ ਤਾਂ ਯੂਪੀ ਜਾ ਕੇ 50-50 ਲੱਖ ਰੁਪਇਆ ਦਿੰਦਾ ਤੇ ਇੱਧਰ ਵੀ ਕਰ ਲੈਣ। ਜਿਹੜੇ ਇੱਥੇ ਹੈਕਰ ਨੂੰ ਹੈ ਤਾਂ ਪੰਜਾਬ ਦੇ ਹੈ ਗਰੀਬ ਨੇ। ਅੱਛਾ, ਜਿਹੜੇ ਦੂਸਰੇ ਸਕਾਰਪੀਓ ਵਾਲੇ ਆ, ਅਸੀਂ ਉਹਨਾਂ ਦੀ ਵੀ ਕੋਈ ਗਲਤੀ ਨਹੀਂ ਕਹਿੰਦੇ ਕਿ ਉਹਨਾਂ ਦੀ ਕੋਈ ਗਲਤੀ ਹੈ, ਉਹਨਾਂ ਦਾ ਆਪ ਉਹਨਾਂ ਤੇ ਵਿਵਸਥਾ ਹੈ। ਇਹ ਕੁਦਰਤੀ ਹੋ ਗਿਆ, ਕੁਦਰਤੀ ਆਫਤ ਦੇ ਵਿੱਚ ਇਹਨਾਂ ਕੋਲੇ ਫੰਡ ਹੁੰਦਾ ਸਰਕਾਰ ਕੋਲੇ, ਕੁਦਰਤ ਇਹਨਾਂ ਨੂੰ ਕੋਈ ਮਦਦ ਦਿੱਤੀ ਜਾਵੇ ਜੀ। ਭਾਈ ਬੇਨਤੀ ਹੈ ਜੀ। ਕੀ ਮਾਮਲਾ ਕੀ ਪੂਰਾ ਕਿੱਦਾਂ ਹੋਇਆ? ਇੱਕ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਨੰਬਰ PB 43F 0044 ਸਕਾਰਪੀਓ ਗੱਡੀ ਨੇ ਜੋ ਕਿ ਆ ਰਹੀ ਸੀ ਭੇਵਾ ਸਾਈਡ ਤੋਂ ਪਟਿਆਲਾ ਨੂੰ ਆ ਰਹੀ ਸੀ। ਅੱਗੇ ਇੱਕ ਟਰਾਲੀ ਜਾ ਰਹੀ ਸੀ, ਉਹ ਵੀ ਭੇਵਾ ਤੋਂ ਪਟਿਆਲਾ ਨੂੰ ਆ ਰਹੀ ਸੀ। ਉਹ ਜਿਹਦੇ ਪਿੱਛੇ ਟਰਾਲੀ 'ਚ ਸਕਾਰਪੀਓ ਗੱਡੀ ਵੱਜਣ ਕਰਕੇ ਹਾਦਸਾ ਵਾਪਰਿਆ, ਜਿਹਦੇ 'ਚ 2 ਸਕਾਰਪੀਓ ਸਵਾਰ ਅਤੇ 3 ਟਰਾਲੀ ਸਵਾਰਾਂ ਦੀ ਮੌਤ ਹੋ ਗਈ ਹੈ ਤੇ ਕੁਛ ਇਹਦੇ 'ਚ ਟਰਾਲੀ ਸਵਾਰ ਇੰਜਰਡ ਨੇ, ਜਿਹਦੇ ਸੰਬੰਧੀ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਸਿਰ ਕਿਹਦੀ ਗਲਤੀ ਨਾਲ ਇਹ ਹਾਦਸਾ ਹੋਇਆ? ਐਟ ਦੀ ਸਪੋਟ ਤਾਂ ਗੱਡੀ ਦੇ ਲੱਗਦਾ, ਫਿਰ ਵੀ ਅੱਗੇ ਲਈ ਤਫਤੀਸ਼ ਕੀਤੀ ਜਾ ਰਹੀ ਹੈ। ਸਰ ਕਿੱਥੋਂ ਆ ਰਹੀ ਸੀ ਇਹ ਟਰਾਲੀ ਭਰੀ ਹੋਈ ਸੀ ਜੀ? ਕਿੰਨੇ ਇਹ ਕਰਨਾਲ, ਇਹਨਾਂ ਦੇ ਕਹਿਣ ਮੁਤਾਬਕ ਕਰਨਾਲ ਮੱਥਾ ਟੇਕਣ ਗਏ ਸੀ। ਉੱਥੇ ਕੋਈ ਪੀਰ ਦੀ ਦਰਗਾਹ ਹੈ,
ਪੱਕੇ ਪੁਲ ਕਰਨਾਲ। ਸਾਨੂੰ ਤਾਂ ਸਵੇਰੇ ਮਿਲੀ ਪਰ ਰਾਤ ਹਾਦਸਾ ਕਰੀਬ 1:30-2 ਵਜੇ ਹੋਇਆ। ਤੇ ਸਰ ਕੁਝ ਪਤਾ ਲੱਗਿਆ ਡਰਾਈਵਰ ਨੂੰ ਕੋਈ ਸ਼ਰਾਬ ਸ਼ੁਰੂ ਪੀਤੀ ਜਾਂ ਅੱਖ ਦੀ ਨੀਂਦ ਆਉਣ ਕਾਰਨ ਹੋਇਆ? ਨਹੀਂ ਇਹ ਨਹੀਂ ਕਹਿ ਸਕਦੇ, ਉਹ ਤਾਂ ਬੋਡੀਆਂ ਤਾਂ ਉੱਥੇ ਰਾਹਗੀਰਾਂ ਨੇ ਉਹਨਾਂ ਨੂੰ 108 ਐਂਬੂਲੈਂਸਾਂ ਰਾਹੀਂ ਇੱਥੇ ਪਹੁੰਚਾਤਾ ਸੀ। ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਦੇਣ ਦੇ ਵਾਅਦੇ ਫੇਲ ਹੋ ਰਹੇ ਨੇ। ਪੰਜਾਬ ਸਰਕਾਰ ਦੇ ਵਿਰੁੱਧ ਆਏ ਦਿਨ ਹੀ ਕਿਤੇ ਨਾ ਕਿਤੇ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ, ਕਿਉਂਕਿ ਆਪਣੀਆਂ ਮੰਗਾਂ ਮਨਵਾਉਣ ਲਈ ਕਿਤੇ ਟੀਚਰ ਧਰਨਾ ਦੇ ਰਹੇ ਹੁੰਦੇ ਆ ਤੇ ਕਿਤੇ ਲਾਈਨਮੈਨ ਵਰਕਰਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ। ਇਸੇ ਤਰ੍ਹਾਂ ਦੀ ਖਬਰ ਪਟਿਆਲਾ ਤੋਂ ਆਈ ਹੈ, ਜਿੱਥੇ ਲਾਈਨਮੈਨ ਵਰਕਰਾਂ ਨੇ ਪਿਛਲੇ 15 ਦਿਨਾਂ ਤੋਂ ਬਿਜਲੀ ਬੋਰਡ ਦੇ ਦਫ਼ਤਰ ਦਾ ਘਿਰਾਓ ਕੀਤਾ ਹੋਇਆ ਤੇ ਆਪਣੀਆਂ ਮੰਗਾਂ ਦੇ ਲਈ ਲਗਾਤਾਰ ਉਹ ਪ੍ਰਦਰਸ਼ਨ ਕਰ ਰਹੇ ਨੇ। ਤੇ ਅੱਜ ਉਹਨਾਂ ਨੇ ਦੁਸਹਿਰੇ ਦੇ ਦਿਨ ਸਰਕਾਰ ਦੇ ਖਿਲਾਫ ਅਨੋਖੇ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ। ਸਾਡਾ ਕਾਰਨ ਇਹ ਹੈ ਕਿ ਵੀ ਸਾਨੂੰ ਪਿਛਲੇ 17-18 ਦਿਨ ਤੋਂ ਅਸੀਂ ਇੱਥੇ ਧਰਨੇ ਤੇ ਬੈਠੇ ਹਾਂ। ਸਾਨੂੰ ਕੋਈ ਹਾਲੇ ਤੱਕ ਕੋਈ ਨਿਯੁਕਤੀ ਪੱਤਰ ਨਹੀਂ ਜਾਰੀ ਕੀਤੇ ਗਏ ਤੇ ਅਸੀਂ ਉਹਦੇ ਮੁਜ਼ਾਹਰੇ 'ਚ ਅੱਜ ਭੀਖ ਮੰਗਣ ਤੇ ਮਜਬੂਰ ਹੋ ਗਏ ਹਾਂ। ਜੋ ਰੋਡ ਦੇ ਵਿੱਚ ਖੜ ਕੇ ਅਸੀਂ ਅੱਜ ਤੁਹਾਨੂੰ ਦਿਖ ਰਿਹਾ ਵੀ ਥਾਲੀਆਂ ਲੈ ਕੇ ਖੜੇ ਹਾਂ ਵੀ ਸਾਡੀ ਥਾਲੀ 'ਚ ਰੁਜ਼ਗਾਰ ਪਾਇਆ ਜਾਵੇ, ਤਾਂ ਜੋ ਅਸੀਂ ਘਰ ਘਰ ਜਾ ਕੇ ਆਪਣੇ ਘਰਦਿਆਂ ਨੂੰ ਵੀ ਖੁਸ਼ੀਆਂ ਦੇ ਸਕੀਏ, ਅੱਜ ਦਾ ਤਿਉਹਾਰ ਉਹਨਾਂ ਨਾਲ ਮਨਾ ਸਕੀਏ। ਪਰ ਸਾਨੂੰ ਹਾਲੇ ਤੱਕ ਇਸ ਚੀਜ਼ ਬਾਰੇ ਕੋਈ ਉਮੀਦ ਨਹੀਂ ਹੈਗੀ, ਇਸ ਲਈ ਅਸੀਂ ਥਾਲੀਆਂ ਖੜਕਾ ਰਹੇ ਹਾਂ। ਸਾਡੀ ਸਰਕਾਰ ਤੋਂ ਹੀ ਮੰਗ ਹੈ ਵੀ ਜਿਹੜਾ ਸਾਡਾ 295/19 CRA ਹੈ, ਉਹਦੇ ਜਿੰਨੇ ਸਾਡੇ ਸਾਥੀ 960 ਦੇ ਕਰੀਬ ਰਹਿੰਦੇ ਨੇ, ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ, ਤਾਂ ਜੋ ਅਸੀਂ ਰੁਜ਼ਗਾਰ ਤੇ ਲੱਗੀਏ ਤੇ ਆਪਣੇ ਘਰਦਿਆਂ ਨਾਲ ਐਵੇਂ ਤਿਉਹਾਰ ਤੇ ਖੁਸ਼ੀਆਂ ਮਨਾਈਏ। ਸਰਕਾਰ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ। ਅਸੀਂ ਪਿਛਲੇ 18 ਦਿਨ ਤੋਂ ਇੱਥੇ ਬੈਠੇ ਹਾਂ, ਸਾਡੇ ਕੋਲ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ। ਜਦ ਤੱਕ ਸਾਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ ਜਾਂ ਸਾਨੂੰ ਕੋਈ ਮਿਲਣ ਨਹੀਂ ਆਉਂਦਾ, ਤਦ ਤੱਕ ਅਸੀਂ ਆਪਣਾ ਧਰਨਾ ਐਵੇਂ ਜਾਰੀ ਰੱਖਾਂਗੇ। ਅਸੀਂ ਬਿਨਾਂ ਨਿਯੁਕਤੀ ਪੱਤਰ ਦੇ ਇੱਥੇ ਉਠਾਂਗੇ ਨਹੀਂ। ਅੱਜ ਸਾਡਾ ਦੁਸਹਿਰੇ ਨੂੰ ਮੁੱਖ ਰੱਖ ਕੇ ਜੀ ਸਾਨੂੰ ਉਮੀਦਾਂ ਸੀਆਂ ਵੀ ਨਵੇਂ CM ਸਾਹਿਬ ਆਏ ਹੈਗੇ ਵੀ ਸ਼ਾਇਦ ਅਸੀਂ ਦੁਸਹਿਰਾ ਘਰ ਮਨਾਈਏ, ਪਰ ਬੇਰੁਜ਼ਗਾਰਾਂ ਦੀ ਕਿਸਮਤ 'ਚ ਕਿੱਥੇ ਜੀ ਵੀ ਅਸੀਂ ਆਪਦੇ ਘਰ ਰੁਜ਼ਗਾਰ ਵਾਲੇ ਹੋ ਕੇ ਵੀ ਖੁਸ਼ੀਆਂ ਮਨਾ ਸਕੀਏ। ਪਰ ਸਾਨੂੰ ਫੇਰ ਬੇਰੁਜ਼ਗਾਰੀ ਦਾ ਸੰਤਾਪ ਇੱਥੇ ਭੋਗਣਾ ਪੈ ਗਿਆ ਜੀ ਤੇ ਸਾਡੇ ਭਾਂਡੇ ਅੱਜ ਫੇਰ ਰੁਜ਼ਗਾਰ ਤੋਂ ਖਾਲੀ ਨੇ ਜੀ। ਅਸੀਂ ਉਹਨੂੰ ਮੁੱਖ ਰੱਖ ਕੇ ਫਿਰ ਇੱਥੇ ਅਸੀਂ ਸਰਕਾਰ ਤੋਂ ਕਬਜ਼ਾ ਰੁਜ਼ਗਾਰ ਦੀ ਭੀਖ ਮੰਗਣ ਵਾਸਤੇ ਰੋਡ ਤੇ ਖੜੇ ਹਾਂ ਜੀ। ਭਾਂਡੇ ਇੱਕ ਸਾਡਾ ਸੰਦੇਸ਼ ਹੈ ਜੀ CM ਸਾਹਿਬ ਨੂੰ ਵੀ ਨਵੇਂ CM ਸਾਹਿਬ ਆ ਜੀ, ਕਦੇ ਕਿਸੇ ਕਿਸਾਨ ਨੂੰ ਜਾ ਕੇ ਜੱਫੀਆਂ ਪਾਉਂਦੇ, ਕਦੇ ਕਿਤੇ ਰੋਡ ਤੇ ਖੜ ਕੇ ਮਿਲਦੇ ਹੈਗੇ। ਪਰ ਸਾਨੂੰ ਅੱਜ 18 ਦਿਨ ਹੋ ਗਏ ਜੀ, ਅਸੀਂ ਇਹ ਉਹਨਾਂ ਅੱਗੇ ਬੇਨਤੀ ਕਰਦੇ ਹਾਂ ਵੀ ਸਾਨੂੰ ਵੀ ਕੋਈ ਸਰਕਾਰ ਦਾ ਨੁਮਾਇੰਦਾ ਮਿਲ ਲਵੇ। ਸਾਡੀ ਬਦਕਿਸਮਤੀ ਹੈ ਜੀ, ਜਾਂ ਅਸੀਂ ਬੱਚਿਆਂ ਦੀ ਮਾੜੀ ਕਿਸਮਤ ਕਹਿ ਸਕਦੇ ਹਾਂ, ਕਿਉਂਕਿ ਅੱਜ ਅਸੀਂ ਆਪਣੇ ਮਾਂ-ਬਾਪ ਦੇ ਤੇ ਬੱਚਿਆਂ ਦੇ ਕੋਲ ਹੈ ਨਹੀਂ ਗਏ ਜੀ। ਬੱਚਿਆਂ ਨੇ ਅੱਜ ਖੁਸ਼ੀਆਂ ਮਨਾਉਣੀਆਂ ਸੀਗੀਆਂ, ਅਸੀਂ ਬੱਚਿਆਂ ਨੂੰ ਕੁਝ ਨਾ ਕੁਝ ਲੈ ਕੇ ਦੇਣਾ ਸੀਗਾ, ਪਰ ਅਸੀਂ ਚੀਜ਼ ਲੈ ਕੇ ਕੀ ਦੇਈਏ? ਅਸੀਂ ਬੇਰੁਜ਼ਗਾਰ, ਅਸੀਂ ਸਮਰੱਥ ਹਾਂ ਉਸ ਚੀਜ਼ ਤੋਂ। ਸਰਕਾਰ ਤੋਂ ਉਮੀਦ ਸੀ ਵੀ ਸਾਡੀ ਕੋਈ ਗੱਲ ਸੁਣੂਗਾ। ਇੱਥੇ ਆਪਣਾ ਕਾਂਗਰਸ ਦੇ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਸਾਥੋਂ ਸਿਰਫ ਅੱਧਾ ਕਿਲੋਮੀਟਰ ਦੂਰੀ ਤੇ ਬੈਠੇ ਸੀ, ਕਈ ਵਾਰ ਉਹਨਾਂ ਦੇ ਗੇਟ ਤੋਂ ਮੁੜਿਆ ਜੀ, ਸਾਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜੀ ਉਹਨਾਂ ਨੇ। ਸਾਡੀਆਂ ਮੰਗਾਂ ਤਾਂ ਇਹੀ ਨਹੀਂ, ਜਿਹੜੇ 295/19 ਦੇ ਵਿੱਚੋਂ ਰਹਿੰਦੇ ਸਾਥੀ ਹੈ ਜੀ, ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਤੇ ਅਸੀਂ ਆਪਦਾ ਰੁਜ਼ਗਾਰ ਪ੍ਰਾਪਤ ਕਰੀਏ ਤੇ ਆਪਦੇ ਸਾਡੇ ਘਰਾਂ ਦੇ ਚੁੱਲ੍ਹੇ ਤੱਪਣ। ਐਸੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਲੈ ਕੇ। ਤਦ ਤੱਕ ਲਈ ਤੁਸੀਂ ਜੁੜੇ ਰਹੋ ਦਾ ਅਨਮਿਊਟ ਨਾਲ।